मैं कंप्यूटर अध्यापक गवर्नमेंट सीनियर सैकेंडरी स्कूल मराड़ा आप जी दे नाल रूबरू होकर इस वीडियो के माध्यम राही नैस संबंधी कुछ महत्वपूर्ण पहलुओं बारे गलबात करांगे। नैशनल अचीवमेंट सर्वे 2017 विच NCERT द्वारा लिया गया। इस बारे CBSE द्वारा यह सर्वे करवाया जा रहा है। सो नैशनल अचीवमेंट सर्वे के अंतर्गत असी लर्निंग आउटकम्स ਜਾਂ ਮਾਪਦੰਡ ਜਿਹੜੇ ਨਿਰਧਾਰਿਤ ਕੀਤੇ ਜਾਂਦੇ ਹਨ, ਇਹ ਖਾਸ ਤੌਰ 'ਤੇ ਸਿੱਖਿਆ ਦੀ ਗੁਣਵੱਤਾ ਜਾਂ ਕੁਆਲਿਟੀ ਆਫ ਐਜੂਕੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਸੋ ਜੇ ਗੱਲ ਕਰੀਏ ਕਿ ਨੈਸ਼ ਦਾ ਟੀਚਾ ਜਿਹੜਾ ਹੈ, ਇੱਕ ਤਾਂ ਉਹ ਸਟੂਡੈਂਟ ਦੀ ਲਰਨਿੰਗ ਪ੍ਰੋਸੈਸ ਨੂੰ ਵਧਾਉਣਾ ਹੈ ਔਰ ਦੂਸਰਾ ਟੀਚਰਸ ਦੀ ਕਾਰਗੁਜ਼ਾਰੀ ਨੂੰ ਵਧਾ ਕੇ ਕੁੱਲ ਮਿਲਾ ਕੇ ਕੁਆਲਿਟੀ ਆਫ ਐਜੂਕੇਸ਼ਨ ਨੂੰ ਨਵੀਆਂ ਨੀਤੀਆਂ ਦੇ ਅੰਤਰਗਤ, ਨਵੀਆਂ ਪੈਟਰਨਸ ਦੇ ਵਿੱਚ, ਨਵੀਂ ਐਜੂਕੇਸ਼ਨ ਸਟ੍ਰੈਟਜੀ ਦੇ ਵਿੱਚ ਰੱਖਣਾ ਹੈ। ਸੋ ਅੱਗੇ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਮੁੱਖ ਪਹਿਲੂ ਪੇਪਰ ਸੰਬੰਧੀ ਜਾਂ ਨੈਸ ਸੰਬੰਧੀ ਜਿਹੜੇ ਉਹ ਲੈ ਲਵਾਂਗੇ। ਸੈਂਟਰਲ ਸਕੂਲਸ, ਸਟੇਟ ਸਕੂਲਸ ਜਿਨ੍ਹਾਂ ਵਿੱਚ ਗਵਰਨਮੈਂਟ, ਪ੍ਰਾਈਵੇਟ ਅਤੇ ਏਡਡ ਸਕੂਲਾਂ ਨੂੰ ਇਸ ਸਰਵੇ ਦੇ ਅੰਤਰਗਤ ਰੱਖਿਆ ਜਾ ਰਿਹਾ ਹੈ। ਸੋ ਇਹਨਾਂ ਦੇ ਇਲਾਵਾ ਨਵੋਦਿਆ ਸਕੂਲ ਨੂੰ ਵੀ ਨੈਸ ਦੇ ਸਰਵੇ ਦੇ ਅੰਤਰਗਤ ਰੱਖਿਆ ਗਿਆ ਹੈ। ਜੇ ਅਸੀਂ ਕਲਾਸਿਸ ਦੀ ਗੱਲ ਕਰੀਏ, ਤੀਸਰੀ, ਪੰਜਵੀਂ, 8ਵੀਂ ਅਤੇ 10ਵੀਂ ਜਮਾਤ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੋ ਇੱਕ ਮਹੱਤਵਪੂਰਨ ਤਾਰੀਖ ਜਿਹੜੀ ਅਸੀਂ ਆਪਣੇ ਦਿਮਾਗ ਵਿੱਚ ਰੱਖ ਲੈਣੀ ਹੈ, ਜਿਸ ਦਿਨ ਇਹ ਸਰਵੇ ਜਿਹੜਾ ਹੈ ਪਰਫੋਰਮ ਹੋਣ ਜਾ ਰਿਹਾ ਹੈ, ਉਹ ਹੈ 12/11/2021। ਸੋ ਕੁਐਸਚਨਸ ਦੀ ਜੇ ਅਸੀਂ ਗੱਲ ਕਰ ਲਈਏ ਕਲਾਸ ਵਾਈਜ਼, ਸੋ ਤੀਸਰੀ ਜਮਾਤ ਦੇ ਲਈ 47 ਕੁਐਸਚਨ, 47 ਕੁਐਸਚਨਸ, ਟਾਈਮ ਜਿਹੜਾ ਇਹਨਾਂ ਦਾ 90 ਮਿੰਟ ਰਹੇਗਾ, 90 ਮਿੰਟਸ। ਪੰਜਵੀਂ ਜਮਾਤ ਦੇ ਲਈ 53 ਕੁਐਸਚਨਸ, 53 ਕੁਐਸਚਨਸ, ਟਾਈਮ ਜਿਹੜਾ 90 ਮਿੰਟਸ। 8ਵੀਂ ਕਲਾਸ ਲਈ 60 ਕੁਐਸਚਨਸ, 60 ਕੁਐਸਚਨਸ, ਟਾਈਮ ਜਿਹੜਾ 120 ਮਿੰਟਸ ਰਹੇਗਾ। ਸੋ 10ਵੀਂ ਦੇ ਲਈ 70 ਕੁਐਸਚਨਸ ਰੱਖੇ ਜਾਣਗੇ, 70 ਕੁਐਸਚਨਸ, ਟਾਈਮ ਜਿਹੜਾ ਆ 120 ਮਿੰਟ ਜਿਹੜਾ ਆ ਉਹ ਰੱਖਿਆ ਜਾਏਗਾ। ਸੋ ਇਸ ਤੋਂ ਇਲਾਵਾ ਕੁਐਸਚਨਾਂ ਦੀ ਟਾਈਪਸ ਦੀ ਅਸੀਂ ਗੱਲ ਕਰ ਲਈਏ, ਇਹਦੇ ਵਿੱਚ 3 ਟਰਮਸ ਸਾਨੂੰ ਆਪਣੇ ਦਿਮਾਗ 'ਚ ਰੱਖ ਲੈਣੀਆਂ ਜਾਂ ਇਹਨਾਂ ਬਾਰੇ ਸਮਝ ਲੈਣਾ ਹੈ। ਸੋ ਪਹਿਲੀ ਹੈ PQ, ਦੂਸਰੀ ਹੈ TQ ਔਰ ਤੀਸਰੀ ਹੈ SQ। ਸੋ ਇਹਨਾਂ ਬਾਰੇ ਥੋੜ੍ਹਾ ਜਿਹਾ ਜਾਣ ਲਈਏ। PQ ਯਾਨੀ ਕਿ ਪੀਪਲ ਕੁਐਸਚਨਰੀ, TQ टीचर्स क्वेश्चनरी, SQ स्कूल क्वेश्चनरी। सो PQ स्टूडेंट ਨੂੰ ਬਿਲੋਂਗ ਕਰ ਰਹੇ ਨੇ, TQ ਕੁਐਸਚਨਸ ਟੀਚਰਸ ਨੂੰ ਬਿਲੋਂਗ ਕਰ ਰਹੇ ਨੇ ਤੇ SQ ਦੀ ਜ਼ਿਆਦਾ ਅਸੀਂ ਗੱਲ ਕਰਨੇ ਆ ਤਾਂ ਇਹਦੇ ਵਿੱਚ ਹੈਡਸ ਇੰਚਾਰਜ ਨੂੰ ਸ਼ਾਮਿਲ ਕੀਤਾ ਜਾਵੇ। PQ ਦੀ ਗੱਲ ਕਰੀਏ ਤੇ ਜਮਾਤ ਤੀਸਰੀ, ਪੰਜਵੀਂ, 8ਵੀਂ ਦੇ ਲਈ ਆਂਕੜਾ ਜਿਹੜਾ ਉਹ 25 ਦਾ ਹੈ, 25। ਕਲਾਸ 10ਵੀਂ ਦੇ ਲਈ 32। TQ ਦੇ ਵਿੱਚ ਤੀਸਰੀ, ਪੰਜਵੀਂ, 8ਵੀਂ ਦੇ ਲਈ ਅੰਕੜਾ 69, 10ਵੀਂ ਲਈ ਵੀ 69। ਸੋ SQ ਦੀ ਗੱਲ ਕਰੀਏ ਤੇ ਤੀਸਰੀ, ਪੰਜਵੀਂ, 8ਵੀਂ, 10ਵੀਂ 73 ਦਾ ਅੰਕੜਾ ਜਿਹੜਾ ਰੱਖਿਆ ਗਿਆ ਹੈ। PQ ਦੇ ਅੰਤਰਗਤ ਜਮਾਤ ਤੀਸਰੀ, ਪੰਜਵੀਂ ਦੇ ਲਈ ਇੰਟਰਵਿਊ ਦੇ ਰੂਪ ਦੇ ਵਿੱਚ ਅਤੇ 8ਵੀਂ, 10ਵੀਂ ਦੇ ਲਈ ਪੈਨ ਪੇਪਰ ਬੇਸ ਜਿਹੜਾ ਹੈ ਰੱਖਿਆ ਗਿਆ ਹੈ। ਸੋ ਜਦ ਵੀ ਅਸੀਂ ਰਿਟਨ ਵਰਕ ਦੀ ਗੱਲ ਕਰਨੇ ਆ, OMR ਸ਼ੀਟ ਦੀ ਵਰਤੋਂ ਜਿਹੜੀ ਉਹ ਕੀਤੀ ਜਾਵੇਗੀ। ਇਸ ਸ਼ੀਟ ਨਾਲ ਲਗਭਗ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂ ਹਾਂ। OMR ਸ਼ੀਟ ਦੇ ਉੱਪਰ ਅਸੀਂ ਖਾਸ ਤੌਰ 'ਤੇ ਪੁਆਇੰਟ ਪੈਨ, ਵਾਲ ਪੁਆਇੰਟ ਪੈਨ ਦੇ ਨਾਲ ਆਨਸਰ ਜਿਹੜੇ ਆ ਉਹ ਮਾਰਕ ਕਰਦੇ ਹਾਂ ਅਤੇ ਫਰਦਰ ਅੱਗੇ ਇਸ ਸ਼ੀਟ ਨੂੰ ਸਕੈਨ ਕਰਕੇ ਅਗਲੀ ਪ੍ਰੋਸੈਸ ਦੇ ਲਈ ਵਰਤਿਆ ਜਾਂਦਾ ਹੈ। ਸੋ ਇਹ ਉਹ ਸ਼ੀਟ ਹੈ ਜਿਸ ਨੂੰ ਅਸੀਂ ਫੋਲਡ ਨਹੀਂ ਕਰਨਾ, ਰੱਬ ਨਹੀਂ ਕਰਨਾ, ਇਹਦੇ ਪਰ ਓਵਰ ਰਾਈਟ ਨਹੀਂ ਕਰਨਾ ਔਰ ਹਰ ਕੁਐਸਚਨ ਨੂੰ ਪਹਿਲਾਂ ਚੰਗੀ ਤਰ੍ਹਾਂ ਘੋਕ ਕੇ ਸਮਝ ਕੇ ਫਿਰ ਹੀ ਉਹਦੇ ਵਿੱਚ ਬਬਲਸ ਦੇ ਰੂਪ ਦੇ ਵਿੱਚ ਆਪਸ਼ਨ ਜਿਹੜੇ ਸਰਕਲ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਵਾਲ ਪੁਆਇੰਟ ਪੈਨ ਨਾਲ, ਬਲੂ ਪੈਨ ਹੋ ਸਕਦਾ ਜਾਂ ਬਲੈਕ ਪੈਨ ਹੋ ਸਕਦਾ, ਉਸ ਦੇ ਨਾਲ ਅੱਛੀ ਤਰ੍ਹਾਂ ਅਸੀਂ ਉਸ ਸਰਕਲ ਨੂੰ ਫਿਲ ਕਰ ਲੈਣਾ ਹੈ, ਸਰਕਲ ਨੂੰ ਭਰ ਲੈਣਾ ਹੈ। ਧਿਆਨ ਦੇਣ ਜੋ ਗੱਲ ਹੈ ਕਿ ਇੰਕ ਪੈਨ
ਜਾਂ ਜੈਲ ਪੈਨ ਦੀ ਵਰਤੋਂ ਕਿਸੇ ਵੀ ਰੂਪ ਦੇ ਵਿੱਚ ਅਸੀਂ ਨਹੀਂ ਕਰਨੀ ਹੈ। ਸੋ ਨੈਸ ਦੇ ਸਰਵੇ ਦੇ ਵਿੱਚ ਲਗਭਗ ਸਾਡੇ ਸਾਰੇ ਹੀ ਸਕੂਲ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਉਸ ਦੀ ਤਿਆਰੀ ਪ੍ਰੋਪਰ ਕਰ ਰਹੇ ਨੇ। ਇਸ ਦੇ ਨਾਲ ਇਸ ਸਰਵੇ ਦੇ ਵਿੱਚ ਖਾਸ ਤੌਰ ਦੇ ਵਿੱਚ ਜਿਹੜੇ 2017 ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਹੈ, ਉਹਦੇ ਵਿੱਚ ਜਿਹੜੇ ਪ੍ਰਸ਼ਨ ਆਏ ਸੀਗੇ ਉਹਨਾਂ ਦਾ ਅਭਿਆਸ ਕਰਨਾ ਵੀ ਇੱਕ ਜਿਹੜਾ ਹੈ ਅਸੀਂ ਲਾਜ਼ਮੀ ਤੌਰ 'ਤੇ ਕਰੀਏ ਅਤੇ ਕਾਫੀ ਹੱਦ ਤੱਕ ਉਹ ਲਾਹੇਮੰਦ ਸਾਡੇ ਵਾਸਤੇ ਹੋ ਸਕਦਾ ਹੈ। ਇਸ ਤੋਂ ਇਲਾਵਾ ਅਧਿਆਪਕ ਕੁਐਸਚਨ ਬੈਂਕ ਜਿਹੜਾ ਹੈ ਉਹ ਵੀ ਇੱਕ ਕ੍ਰੀਏਟ ਕਰ ਸਕਦਾ ਹੈ। ਅਲੱਗ ਅਲੱਗ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਉਹ LO ਦੇ ਲਈ ਜਿਹੜੇ ਨੇ ਜਿਹੜੇ ਸਾਡੇ ਹਾਇਰ ਅਥਾਰਟੀ ਦੁਆਰਾ ਭੇਜੇ ਜਾਂਦੇ ਹਨ ਉਹ, ਜਾਂ ਕੁਝ ਜਿਹੜੇ ਅਸੀਂ ਬੱਚੇ ਦੀ ਕਾਰਗੁਜ਼ਾਰੀ ਵਧਾਉਣ ਦੇ ਲਈ ਅਸੀਂ ਆਪ ਕਰਦੇ ਹਾਂ, ਉਹ ਅਸੀਂ ਵਰਤ ਸਕਦੇ ਹਾਂ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਵਿਭਾਗ ਦੁਆਰਾ ਸਾਰੇ ਹੀ ਅਧਿਆਪਕਾਂ ਦੇ ਲਈ ਗੂਗਲ ਫਾਰਮ ਦੇ ਰੂਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਜਾਂ ਪੇਪਰ ਬੇਸ ਅਸੀਂ ਕਹਿ ਲਈਏ, ਉਹ ਜਿਹੜੇ ਪ੍ਰੋਵਾਈਡ ਕਰਵਾਏ ਜਾਂਦੇ ਹਨ, ਜਿਸ ਦੇ ਨਾਲ ਅਸੀਂ ਇਹ ਆਈਡੀਆ ਲਗਾ ਸਕਦੇ ਹਾਂ ਕਿ ਇਸ ਸਰਵੇ ਦੇ ਵਿੱਚ ਅਧਿਆਪਕਾਂ ਦੁਆਰਾ ਪੁੱਛੇ ਜਾਣ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਲਗਭਗ ਹਰ ਸਬਜੈਕਟ ਦੇ ਨਾਲ ਬਿਲੋਂਗ ਕਰਦੇ ਹਨ, ਅਤੇ ਉਹਨਾਂ ਗੂਗਲ ਸ਼ੀਟ ਨੂੰ ਵੀ ਅਸੀਂ ਭਰੀਏ, ਜਿਸ ਦੇ ਨਾਲ ਅਸੀਂ ਆਪਣੇ ਆਪ ਨੂੰ ਵੀ ਡਿਵੈਲਪ ਕਰੀਏ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਵੀ ਵਧਾਈਏ। ਵਰਤਮਾਨ ਸਮੇਂ ਦੀ ਐਜੂਕੇਸ਼ਨ ਪੂਰੀ ਤਰ੍ਹਾਂ ਵਿਗਿਆਨਿਕ ਅਤੇ ਟੈਕਨੋਲੋਜੀ ਬੇਸਡ ਹੈ। ਸੋ ਇਸ ਸਮੇਂ ਅਸੀਂ ਸਿਰਫ ਸਬਜੈਕਟਿਵ ਨੌਲੇਜ ਦੀ ਗੱਲ ਨਾ ਕਰਕੇ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ। ਸੋ ਇਸ ਨੂੰ ਸਾਰਥਕ ਕਰਨ ਦੇ ਲਈ ਇਸ ਤਰ੍ਹਾਂ ਦੇ ਸਰਵੇ ਆਪਣਾ ਮਹੱਤਵਪੂਰਨ ਰੋਲ ਅਦਾ ਕਰਨਗੇ। ਸੋ ਸੁਣਨ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।